ਇਹ ਗਾਵਾਂ ਇੱਕ ਤੇ ਦੁੱਧ ਵਾਲ ਠੀਕ ਨੇ, ਤੋੜ ਮਿਲਦੀਆਂ ਨੇ। ਮੱਝਾਂ ਨੇ ਜਿਹੜੀਆਂ ਉਹ 4-5 ਮਿਲਦੀਆਂ ਨੇ, 4-5 ਮਹੀਨੇ ਮਿਲਦੀਆਂ ਨੇ, ਫਿਰ ਛੱਡ ਦਿੰਦੀਆਂ ਨੇ। ਉਸ ਤੋਂ ਬਾਅਦ ਇਹਨਾਂ ਦਾ ਦੁੱਧ ਵੀ ਠੀਕ ਹੈ। ਸਾਡੇ ਕੋਲ ਤਕਰੀਬਨ ਉਹ ਵੀ ਗਾਵਾਂ ਨੇ ਜਿਹੜੀਆਂ 30 ਸੇਰ ਵੀ ਦਿੰਦੀਆਂ ਨੇ, 32 ਸੇਰ ਵੀ ਹੈ ਵਿੱਚ ਗਾਵਾਂ। ਅਗੋਂ ਜ਼ਿਆਦਾ ਵਿੱਚ ਪਛੜੀਆਂ ਹੋਈਆਂ ਨੇ, ਥੋੜੀਆਂ ਘੱਟ ਗਈਆਂ ਨੇ। ਜਿੰਨੀ ਖੁਰਾਕ ਪਾਓ ਉਹਨਾਂ ਦੁੱਧ ਦਿੰਦੀਆਂ ਨੇ। ਰੋਜ਼ਾਨਾ ਦਾ ਤਾਂ ਨਹੀਂ ਹਿਸਾਬ ਕਦੇ ਕੀਤਾ ਹੈ, ਬਾਕੀ ਅਸੀਂ ਮਹੀਨੇ ਬਾਅਦ ਹਿਸਾਬ ਕਰਨੇ। ਸਾਨੂੰ ਸਾਰੀਆਂ ਗਾਵਾਂ 'ਚੋਂ ਤਕਰੀਬਨ ਸਾਰਾ ਖਰਚਾ ਕੱਢ ਕੇ ਰੁਪਈਆ 1.5 ਲੱਖ ਕੋਈ ਬਚ ਜਾਂਦਾ, ਸਾਰਾ ਖਰਚਾ ਇਹਨਾਂ ਦਾ ਕੱਢ ਕੇ। अस्सलाम वालेकुम। वालेकुम सलाम। प्यारे भाई की हाल है? ठीक ठाक, तुम सुनाओ? अल्लाह पाक दा शुक्र है। जनाब दा की नाम है? मेरा नाम शमरोज। शमरोज भाई किस इलाके तो तलक है? दमियान शरीफ तहसील खारियां जिला गुजरात। ते प्यारे भाई तुसी किन्ने अरसे तो गावां दा कारोबार करदे हो पे? सानू ये कारोबार 1.5 साल हो गया करदे हैं। माशाअल्लाह। ते इस तो पहले तुहाडा की कारोबार सी? इस तो पहले मझां दा कारोबार सी, ते हुण फिर शुरू कीता गावां दा कारोबार। ते की वजह बनी कि तुसी मझां दा कारोबार छड्ड के गावां दा कारोबार शुरू कर लिया? गावां दा तां शुरू कीता कि ओहदे थोड़ा नुकसान भी होया ते ਇਹ ਕਾਰੋਬਾਰ ਵੀ ਅੱਛਾ, ਸਾਨੂੰ ਸ਼ੌਂਕ ਵੀ ਹੈ ਇਹਦਾ, ਤਾਂ ਵਾਸਤੇ ਕਾਰੋਬਾਰ ਸ਼ੁਰੂ ਕੀਤਾ। ਠੀਕ ਹੈ। ਮੱਝਾਂ ਦੀ ਨਿਸਬਤ ਇਹਦੇ ਚ ਕੀ ਅੱਛਾਈ ਤੁਸੀਂ ਵੇਖੀ ਹੈ? ਇਹ ਗਾਵਾਂ ਇੱਕ ਤੇ ਦੁੱਧ ਵਾਲ ਠੀਕ ਨੇ, ਤੋੜ ਮਿਲਦੀਆਂ ਨੇ। ਮੱਝਾਂ ਨੇ ਜਿਹੜੀਆਂ ਉਹ 4-5 ਮਿਲਦੀਆਂ ਨੇ, 4-5 ਮਹੀਨੇ ਮਿਲਦੀਆਂ ਨੇ, ਫਿਰ ਛੱਡ ਦਿੰਦੀਆਂ ਨੇ। ਉਸ ਤੋਂ ਬਾਅਦ ਇਹਨਾਂ ਦਾ ਦੁੱਧ ਵੀ ਠੀਕ ਹੈ। ਅੱਛਾ, ਤੋੜ ਤੋਂ ਮੁਰਾਦ ਤੁਸੀਂ ਕੀ ਲੈ ਰਹੇ ਹੋ? ਕਿੰਨੇ ਮਹੀਨੇ ਤੁਸੀਂ ਇਹਨਾਂ ਦਾ ਦੁੱਧ ਹਾਸਲ ਕਰਦੇ ਹੋ? ਇਹ ਜੇ ਵੰਡਾ ਸਹੀ ਪਾਉਂਦੇ ਵੀ ਤਾਂ 7-8 ਮਹੀਨੇ ਆਸਾਨੀ ਨਾਲ ਮਿਲਦੀਆਂ ਨੇ, ਕੋਈ ਟੈਨਸ਼ਨ ਨਹੀਂ ਹੁੰਦੀ ਹੈ। ਅੱਛਾ, ਜਦੋਂ ਇਹ ਮੱਝ ਗਾਂ ਕ੍ਰਾਸ ਹੋ ਜਾਂਦੀ ਹੈ ਤੇ ਜਦੋਂ ਅੱਗੋਂ ਨੇ ਸੂਣਾ ਹੈ, ਸੂਣ ਤੋਂ ਕਿੰਨੇ ਮਹੀਨੇ ਪਹਿਲੇ ਤੁਸੀਂ ਇਹਨੂੰ ਛੱਡਦੇ ਹੋ? ਅਸੀਂ ਤਕਰੀਬਨ ਉਹੀ ਤੇ ਮਿਲਦੀਆਂ ਨੇ, ਅਸੀਂ ਬਰਲ ਆਪ ਇਹਨਾਂ ਨੂੰ ਨਾ 2-3 ਮਹੀਨੇ ਪਹਿਲੇ ਛੱਡ ਦਿੰਦੇ ਆ ਉਹਦੇ ਨਾਲ, ਕਿਉਂਕਿ ਦੁੱਧ ਫਿਰ ਅੱਗੋਂ ਠੀਕ ਦਿੰਦੀਆਂ ਨੇ, ਫਿਰ ਕੋਈ ਟੈਨਸ਼ਨ ਨਹੀਂ ਹੁੰਦੀ। ਅੱਛਾ, ਤੇ ਮਾਸ਼ਾਅੱਲਾ ਇਸ ਟਾਈਮ ਤੁਹਾਡੇ ਫਾਰਮ ਤੇ ਟੋਟਲ ਕਿੰਨੀਆਂ ਕੁ ਗਾਵਾਂ ਨੇ? ਸਾਡੇ ਕੋਲ ਇਸ ਟਾਈਮ 23 ਗਾਵਾਂ ਨੇ, ਇੱਕ ਵੈੜ ਹੈ। 23 ਗਾਵਾਂ ਤੇ ਇੱਕ ਵੈੜ। ਠੀਕ ਹੈ। ਇਹ ਜਿਹੜੀਆਂ ਤੁਸੀਂ ਗਾਵਾਂ ਦੀ ਖਰੀਦਦਾਰੀ ਕੀਤੀ ਹੈ, ਤੁਸੀਂ ਜ਼ਿਕਰ ਕੀਤਾ ਹੈ ਕਿ 1.5 ਸਾਲ ਪਹਿਲੇ ਤੁਸੀਂ ਗਾਵਾਂ ਦਾ ਕੰਮ ਸ਼ੁਰੂ ਕੀਤਾ ਹੈ। ਇਹਨਾਂ ਦੀ ਖਰੀਦਦਾਰੀ ਇੱਕ ਦਫਾ ਕੀਤੀ ਹੈ ਜਾਂ ਕਿ ਕੋਈ 2-3 ਦਫਾ ਕੀਤੀ ਜੇ? ਨਹੀਂ, 2-3 ਦਫਾ ਕੀਤੀ ਆਪਸ ਵਿੱਚ। ਪਹਿਲੇ ਕੋਈ 2-3 ਆਂਦੀਆਂ ਨੇ, ਉਸ ਤੋਂ ਬਾਅਦ ਫਿਰ ਲਿਆਉਂਦੇ ਰਹੇ ਹੌਲੀ ਹੌਲੀ, ਫਿਰ ਤਾਂ ਫਿਰ ਨਹੀਂ ਸ਼ੁਰੂ। ਤੇ ਸਰ ਦੋਸਤਾਂ ਨੂੰ ਦੱਸੋ ਹਾਂ ਕਿ ਤੁਹਾਡੇ ਕੋਲ ਕਿਹੜੀ ਨਸਲ ਦੀਆਂ ਗਾਵਾਂ ਮੌਜੂਦ ਨੇ ਤੇ ਇਹਨਾਂ ਦੀ ਖਰੀਦਦਾਰੀ ਕਿਸ ਇਲਾਕੇ ਚੋਂ ਕੀਤੀ ਹੈ ਤੇ ਕਿਹੜੀਆਂ ਗੱਲਾਂ ਦਾ ਤੁਸੀਂ ਖਿਆਲ ਰੱਖ ਕੇ ਆ ਜਾਨਵਰ ਲਏ ਨੇ? ये ऐसी लिया ने साढ़े को इस टाइम ने जड़ियाँ ज़्यादा ने ना गावां, वो प्योर विलायती गावां ने, उंज विच मिक्स भी आने विलायती ते देसी दियां जी। ते असीं लईआं ने साहब लखो पिंड तो ज़्यादा गावां उस जगह तो लियां ने। ते जदों जानवर लिंदे हो उदों किहड़ियां गल्लां दा ख्याल रख के तुसीं आ जानवर खरीददे हो? उस टाइम गावां थान शान वेखी दा, चोई दा दुध जे सही होवे ते ओह तां लईदियां ने। उस तो बाद नस्ल वेखी दी है गावां दी, जे नस्ल चंगी होवे ते तां असीं गां लईदे। सानूं इन्हां दा शौक भी है, कारोबार भी है, बरल सानूं इन्हां दा शौक भी बड़ा है। ਤੇ ਇਹ ਜਿਹੜੀ ਖਰੀਦਦਾਰੀ ਕੀਤੀ ਤੁਸੀਂ ਆਪਣੇ ਇਲਾਕੇ 'ਚ ਕੀਤੀ ਹੈ? ਜੀ। ਤੇ ਦੋਸਤਾਂ ਨੂੰ ਸਾਰਾ ਇਹਨਾਂ ਦਾ ਰੇਟ ਵੀ ਦੱਸੋ ਕਿ ਤੁਸੀਂ ਕਿਹੜੇ ਸੂਬੇ ਵਾਲੀ ਗਾਂ ਲਈ ਸੀ ਤੇ ਉਹਦਾ ਰੇਟ ਤੁਹਾਨੂੰ ਕੀ ਮਿਲਿਆ ਸੀ? ਅਸੀਂ ਤਕਰੀਬਨ 2.5 ਲੱਖ ਦੇ ਉੱਤੇ ਹਰ ਗਾਂ ਸਾਡੀ ਤੇ 5 ਲੱਖ ਤੋਂ ਥੱਲੇ 2.5 ਤੋਂ 5 ਤਾਰੀ ਹੈ ਸਾਡੀਆਂ ਗਾਵਾਂ। ਤੁਹਾਡੇ ਫਾਰਮ ਤੇ ਜਿਹੜੀ ਸਭ ਤੋਂ ਮਹਿੰਗੀ ਗਾਂ ਹੈ ਉਹਦੀ ਕਿੰਨੀ ਕੀਮਤ ਹੈ ਤੇ ਜਿਹੜੀ ਸਭ ਤੋਂ ਸਸਤੀ ਗਾਂ ਹੈ ਉਹਦੀ ਕਿੰਨੀ ਕੀਮਤ ਹੈ? ਸਾਡੇ ਜਿਹੜੇ ਹੈ ਫਾਰਮ ਤੇ ਉਹ ਹੈ 5 ਲੱਖ ਦੀ ਗਾਂ ਉਹ ਗਾਂ ਵੱਜੀ ਹੈ। ਅੱਛਾ ਜਾਂ ਤੇ ਉਂਝ ਜਿਹੜੀ 2.5-3 ਇੱਥੇ ਨੇ ਗਾਵਾਂ ਜ਼ਿਆਦਾ ਵੀ, ਯਾਨੀ ਕਿ 2.5 ਲੱਖ ਤੋਂ ਲੈ ਕੇ 5 ਲੱਖ ਸਿੱਧਾ? 5 ਲੱਖ। ਮਾਸ਼ਾਅੱਲਾ। ਯਾਨੀ ਕਿ ਸਰ ਤੁਸੀਂ ਅੱਛੇ ਤਰੀਕੇ ਨਾਲ ਕੰਮ ਨੂੰ ਕਰਦੇ ਹੋ ਪਏ। ਤੇ ਇਹ ਸਰ ਜਿਹੜੀਆਂ ਗਾਵਾਂ ਹੁੰਦੀਆਂ ਨੇ ਇਹਨਾਂ ਦਾ ਰੇਟ ਕਿੰਜ ਤੈਨ ਕਰਦੇ ਹੋ? ਤੁਹਾਨੂੰ ਕਿੰਜ ਪਤਾ ਲੱਗਦਾ ਕਿ ਇਹ ਗਾਂ ਸਸਤੀ ਹੈ ਤੇ ਇਹ ਮਹਿੰਗੀ ਹੈ? ਪਤਾ ਲੱਗ ਜਾਂਦਾ, ਨਾਲੇ ਕੋਈ ਗਾਵਾਂ ਖੂਬਸੂਰਤ ਹੁੰਦੀਆਂ ਨੇ, ਕੋਈ ਦੂਸਰੇ ਤਰ੍ਹਾਂ ਫਿਰ ਹਿਸਾਬ ਹੁੰਦਾ, ਉਹਦੇ ਨਾਲ ਪਤਾ ਲੱਗ ਜਾਂਦਾ। ਅੱਛਾ, ਤੇ ਇਹ ਜਿਹੜੀਆਂ ਗਾਵਾਂ ਤੁਹਾਡੇ ਕੋਲ ਨੇ ਪਿਓਰ ਵਿਲਾਇਤੀ ਵੀ ਨੇ, ਇਸ ਤੋਂ ਇਲਾਵਾ ਤੁਸੀਂ ਕਿਹਾ ਕਿ ਵਿਲਾਇਤੀ ਤੇ ਦੇਸੀ ਦਾ ਕ੍ਰਾਸ ਨੇ। ਜਿਹੜੀ ਵਿਲਾਇਤੀ ਗਾਂ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਦੁੱਧ ਤੁਹਾਡੇ ਫਾਰਮ ਤੇ ਉਹਨੇ ਕਿੰਨਾ ਦਿੱਤਾ ਹੈ? ਸਾਡੇ ਕੋਲ ਤਕਰੀਬਨ ਉਹ ਵੀ ਗਾਵਾਂ ਨੇ ਜਿਹੜੀਆਂ 30 ਸੇਰ ਵੀ ਦਿੰਦੀਆਂ ਨੇ, 32 ਸੇਰ ਵੀ ਹੈ ਵਿੱਚ ਗਾਵਾਂ। ਅਗੋਂ ਜ਼ਿਆਦਾ ਵਿੱਚ ਪਛੜੀਆਂ ਹੋਈਆਂ ਨੇ, ਥੋੜੀਆਂ ਘੱਟ ਗਈਆਂ ਨੇ। ਜਿੰਨੀ ਖੁਰਾਕ ਪਾਓ ਉਹਨਾਂ ਦੁੱਧ ਦਿੰਦੀਆਂ ਨੇ, ਕੋਈ ਟੈਨਸ਼ਨ ਨਹੀਂ। ਜ਼ਿਆਦਾ ਤੋਂ ਜ਼ਿਆਦਾ 32 ਕਿਲੋ ਦਿੱਤਾ ਹੈ ਇੱਕ ਦਿਨ ਦਾ? ਜੀ। ਉਹ ਦੋਵਾਂ ਟਾਈਮਾਂ ਦਾ। ਉਹ ਜਿਹੜੀ ਗਾਂ ਸੀ ਉਹ ਪਿਓਰ ਵਿਲਾਇਤੀ ਸੀ ਜਾਂ ਕਿ ਕ੍ਰਾਸ? ਪਿਓਰ ਵਿਲਾਇਤੀ। ਪਿਓਰ ਵਿਲਾਇਤੀ। ਅੱਛਾ ਭਾਈ, ਇੱਕ ਸਵਾਲ ਪੈਦਾ ਹੁੰਦਾ, ਮਾਸ਼ਾਅੱਲਾ ਸ਼ਰਟ ਤੇ ਤੁਸੀਂ ਅੱਛਾ ਬਣਾਇਆ, ਲੇਕਿਨ ਜਿਹੜੀ ਪਿਓਰ ਵਿਲਾਇਤੀ ਗਾਂ ਹੈ ਉਹ ਗਰਮੀਆਂ 'ਚ ਮਸਲਾ ਕਰਦੀ ਹੈ, ਉਹ ਹੀਟ ਪ੍ਰੋਬਲਮ ਹੁੰਦੀ ਹੈ। ਤੁਹਾਡੇ ਨਾਲ ਇਹੋ ਜਿਹਾ ਕੋਈ ਮਸਲਾ ਪੇਸ਼ ਆਇਆ? ਗਰਮੀ ਕਰਦੀਆਂ ਨੇ। ਜੇ ਅਸੀਂ ਜਿਹੜੇ ਬਲਵੰਦੇ ਨੇ ਉਹ ਜ਼ਿਆਦਾ ਨੇ ਨਾ ਵਿਲਾਇਤੀ ਜਿੰਨਾ ਰੱਖੇ ਨੇ ਉਹ ਨਵਾਲਦੇ ਨੇ ਉਹਨਾਂ ਨੂੰ, ਉਹ ਉਸ ਤੋਂ ਬਾਅਦ ਜ਼ਿਆਦਾ ਗਰਮੀ ਕਰਦੀਆਂ ਨੇ। ਅਸੀਂ ਇਹ ਜਿਹੜਾ ਵੇ ਇਹਨਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਨਵਾਲ ਸਕਦੇ ਹਾਂ, ਉਸ ਤੋਂ ਬਾਅਦ ਅਸੀਂ ਜ਼ਿਆਦਾ ਇਹਨਾਂ ਨੂੰ ਨਹੀਂ ਨਵਾਲਦੇ ਹੈ। ਉਹਦੇ ਨਾਲ ਫਿਰ ਗਰਮੀ ਵੀ ਘੱਟ ਕਰਦੀਆਂ ਨੇ ਤੇ ਰਹਿੰਦੀਆਂ ਵੀ ਠੀਕ ਨੇ। ਜੇ ਅਸੀਂ ਪੱਖੇ ਲਾਏ ਨੇ ਉਹਦੇ ਨਾਲ ਗਰਮੀ ਦਾ ਇੰਨਾ ਮਸਲਾ ਨਹੀਂ ਹੈ। ਅੱਛਾ, ਮਾਸ਼ਾਅੱਲਾ, ਬਿਹਤਰ ਹੋ ਗਿਆ ਜੀ। ਤੇ ਭਾਈ ਇਹਨਾਂ ਦੀ ਰੂਟੀਨ ਵੀ ਦੱਸੋ ਕਿ ਅੱਜ ਕੱਲ੍ਹ ਤੁਸੀਂ ਇਹਨਾਂ ਨੂੰ ਕੀ ਖਿਲਾਉਂਦੇ ਪਿਲਾਉਂਦੇ ਹੋ? ਖਾਸ ਕਰ ਜਿਹੜੀਆਂ ਪਿਓਰ ਵਿਲਾਇਤੀ ਗਾਵਾਂ ਨੇ ਇਹਨਾਂ ਦੀ ਖੁਰਾਕ ਤੇ ਜਿਹੜੀਆਂ ਦੇਸੀ ਹੁੰਦੀਆਂ ਨੇ ਜਾਂ ਕ੍ਰਾਸ ਹੁੰਦੀਆਂ ਨੇ ਉਹਨਾਂ ਦੀ ਖੁਰਾਕ 'ਚ ਕੋਈ ਫਰਕ ਹੁੰਦਾ ਹੈ? ਨਹੀਂ, ਅਸੀਂ ਸਾਰਿਆਂ ਨੂੰ ਇੱਕੋ ਜਿਹੀ ਖੁਰਾਕ ਪਾਉਂਦੇ ਹਾਂ। ਪੌਂਜ ਪਾਈ ਦੇ ਪੱਠਿਆਂ 'ਚ ਤਾਂ ਮਕਈ ਪਾਈ ਦੀ ਆ ਹੁਣ, ਤੇ ਵੰਡੇ 'ਚ ਅਸੀਂ ਟੂੜੇ ਜ਼ਿਆਦਾ ਪਾਉਂਦੇ ਹਾਂ। ਖੱਲ ਹੋ ਗਈ ਸੁੱਕੀ, ਉਹ ਜਾਂ ਸੜ ਸੜੀ ਦੀ ਹੈ।
ਤੇ ਵੜੇਵੀਂ ਵੰਡਾ ਹੁੰਦਾ ਉਹ ਪਾਈਦਾ ਵਾ ਜ਼ਿਆਦਾ। ਉਂਝ ਅਸੀਂ ਜ਼ਿਆਦਾ ਜਿਹੜਾ ਪਾਉਂਦੇ ਪਏ ਗਾਵਾਂ ਨੂੰ ਟੂੜੇ ਪਾਈਦੇ ਨੇ, ਉਹਦੇ ਨਾਲ ਫਿਰ ਰੋਟੀਆਂ ਜਿਹਨੂੰ ਕਹਿੰਦੇ, ਉਹਦੇ ਨਾਲ ਫਿਰ ਜ਼ਿਆਦਾ ਦੁੱਧ ਦਿੰਦੀਆਂ ਨੇ ਗਾਵਾਂ। ਅੱਛਾ, ਯਾਨੀ ਕਿ ਵੰਡਾ ਵੀ ਤੁਸੀਂ ਦੱਸਿਆ, ਰੋਟੀਆਂ ਤੇ ਹੋਰ ਖੁਸ਼ਕ ਚਾਰਾ ਤੂੜੀ ਤੇ ਸਬਜ਼ ਚਾਰਾ ਨਹੀਂ ਇਸਤੇਮਾਲ ਕਰਦੇ? ਨਹੀਂ ਕਰੀਦਾ, ਸਬਜ਼ ਚਾਰਾ ਵੀ ਕਰੀਦਾ। ਸਬਜ਼ ਚਾਰਾ ਕਿਹੜਾ ਇਸਤੇਮਾਲ ਕਰਦੇ ਹੋ? ਸਬਜ਼ ਚਾਰੇ ਮਕਈ ਜ਼ਿਆਦਾ ਕਰੀਦੀ ਇਸਤੇਮਾਲ। ਹੁਣ ਸਾਈਲੇਜ ਵਗੈਰਾ ਨਹੀਂ ਇਸਤੇਮਾਲ ਕੀਤਾ? ਨਹੀਂ, ਉਹ ਨਹੀਂ ਕੀਤਾ, ਬਿਲਕੁਲ ਨਹੀਂ ਕੀਤਾ? ਨਹੀਂ ਕੀਤਾ ਹੀ ਨਹੀਂ ਹੈ। ਅੱਛਾ, ਯਾਨੀ ਕਿ ਤੁਸੀਂ ਆਹੀ ਰੂਟੀਨ ਉਹਨਾਂ ਦੀ ਰੱਖੀ ਹੈ। ਮਾਸ਼ਾਅੱਲਾ, ਗਾਵਾਂ ਇੰਨਾ ਜ਼ਿਆਦਾ ਦੁੱਧ ਦਿੰਦੀਆਂ ਨੇ, ਜਿਹੜੀ ਖੁਰਾਕ ਤੁਸੀਂ ਦਿੰਦੇ ਹੋ ਇਹ ਖੁਰਾਕ ਇਹਨਾਂ ਵਾਸਤੇ ਬਿਹਤਰ ਹੈ ਜਾਂ ਕਿ ਇਹਦੇ 'ਚ ਕੋਈ ਚੇਂਜਿੰਗ ਕਰਨੀ ਚਾਹੀਦੀ ਹੈ? ਹੋਰ ਵੀ ਇਹਨਾਂ ਵਾਸਤੇ ਖੁਰਾਕ ਹੁੰਦੀ ਹੈ, ਬਾਕੀ ਜਿਹੜੀ ਅਸੀਂ ਖੁਰਾਕ ਪਾ ਰਹੇ ਹਾਂ ਜ਼ਿਆਦਾ ਟੂੜੇ ਪਾਏ ਨੇ, ਕਿਉਂਕਿ ਇਹਦੇ ਨਾਲ ਸਾਨੂੰ ਦੂਸਰੇ ਵੰਡੇ ਸੀ ਪਾਕ ਚੈੱਕ ਕੀਤੇ ਨੇ, ਬਾਕੀ ਇਹਨਾਂ ਨੇ ਟੂੜਿਆਂ ਨਾਲ ਸਹੀ ਦੁੱਧ ਦਿੱਤਾ ਵਾ। ਅਸੀਂ ਹੁਣ ਟੂੜੇ ਰੂਟੀਨ ਦੇ ਹਿਸਾਬ ਤੇ ਅਸੀਂ ਉਹੀ ਪਾ ਰਹੇ ਹਾਂ ਇਹਨਾਂ ਨੂੰ। ਅੱਛਾ, ਤੇ ਇੱਕ ਗਾਂ ਜਿਹੜੀ ਦੁੱਧ ਦੇਣ ਵਾਲੀ ਹੈ ਉਹਨੂੰ ਤੁਸੀਂ ਰੋਜ਼ਾਨਾ ਕਿੰਨੇ ਟੁਕੜੇ ਭੇ ਕੇ ਪਾਉਂਦੇ ਹੋ ਜਾਂ ਸੁੱਕੇ ਪਾਉਂਦੇ ਹੋ? ਸੁੱਕੇ ਹੀ ਪਾਉਂਦੇ ਜੀ। ਸੁੱਕੇ ਹੀ ਕਿੰਨੇ ਪਾਉਂਦੇ ਹੋ? ਹੁੰਦਾ ਤੇ ਤਕਰੀਬਨ ਬਣ ਜਾਂਦਾ ਵੰਡਾ ਇੱਕ ਗਾਂ ਦਾ 4 ਕਿਲੋ, ਇੱਕ ਗਾਂ ਦਾ ਵੰਡਾ ਬਣ ਜਾਂਦਾ 4 ਕਿਲੋ। ਇੱਕ ਦਿਨ ਦਾ ਜਾਂ ਇੱਕ ਟਾਈਮ ਦਾ? ਇੱਕ ਟਾਈਮ ਦਾ। ਇੱਕ ਟਾਈਮ ਦਾ। ਇਹ ਜਿਹੜਾ ਇੱਕ ਟਾਈਮ ਦਾ 4 ਕਿਲੋ ਵੰਡਾ ਤੁਸੀਂ ਗਾਂ ਨੂੰ ਪਾਉਂਦੇ ਹੋ, ਉਹ ਦੁੱਧ ਕਿੰਨਾ ਦਿੰਦੀ ਹੈ ਇੱਕ ਟਾਈਮ ਦਾ? ਟਾਈਮ ਤਕਰੀਬਨ ਵਿੱਚ ਗਾਵਾਂ ਜ਼ਿਆਦਾ ਪਛੜੀਆਂ ਨੇ, ਉਂਝ ਸਾਡਾ ਟਾਈਮ ਦਾ ਬਣ ਜਾਂਦਾ ਕੋਈ ਦੁੱਧ ਕਦੇ 1.5 ਮਣ ਬਣ ਗਿਆ, ਕਦੇ 2 ਮਣ ਬਣ ਗਿਆ, ਇੰਨੇ ਦੁੱਧ ਹੁੰਦਾ। ਇਹ ਕਿੰਨੀਆਂ ਗਾਵਾਂ ਦਾ? ਇਹ ਸਾਰੀਆਂ ਗਾਵਾਂ ਦਾ ਰਲਾ ਕੇ, ਕਿਉਂਕਿ ਵਿੱਚ ਗਾਵਾਂ ਜ਼ਿਆਦਾ ਜਿਹੜੀਆਂ ਨੇ ਗਾਵਾਂ ਨੇ ਪਛੜੀ ਇਹਨਾਂ ਕੋਲ ਇੰਨਾ ਨਹੀਂ ਹੈ। ਅੱਛਾ, ਇਹ ਸਾਰੀਆਂ ਵਿੱਚ ਗੱਭਣਾਂ ਵੀ ਨੇ ਗਾਵਾਂ। ਠੀਕ ਹੈ। ਜਿਹੜੀਆਂ ਜ਼ਿਆਦਾ ਦੁੱਧ ਦੇ ਰਹੀਆਂ ਨੇ, ਜਿਹੜੀਆਂ ਫਰੈਸ਼ ਨੇ, ਉਹ ਕਿੰਨੀਆਂ ਨੇ? ਉਹ ਤਕਰੀਬਨ ਸਾਡੇ ਕੋਲ ਇਸ ਟਾਈਮ 7-8 ਗਾਵਾਂ ਨੇ, ਉਹ ਪਰਲੀ ਸਾਈਡ ਤੇ ਵੱਜੀਆਂ ਨੇ ਸਾਰੀਆਂ। ਅੱਛਾ, ਉਹ ਜ਼ਿਆਦਾ ਦੇ ਰਹੀਆਂ ਨੇ। ਬਾਕੀ ਪਛੜ ਨੇ ਉਹ ਕਿੰਨਾ ਦਿੰਦੀਆਂ ਨੇ? ਤਕਰੀਬਨ ਜਿਹੜੀਆਂ ਸੱਜਰੀਆਂ ਨੇ ਇਸ ਟਾਈਮ ਸਾਡੇ ਕੋਲ, ਉਹਨਾਂ ਕੋਲ ਵੀ ਇਸ ਟਾਈਮ 15-15, 16 ਕਿਲੋ, 17 ਕਿਲੋ ਇੰਨਾ ਕੋਈ ਆਉਣਾ ਹੀ ਹੈ। ਠੀਕ ਹੈ। ਮੈਂ ਭਾਈ ਸਵਾਲ ਹੈ ਵੀ ਇਹ ਪੁੱਛਿਆ ਸੀ ਕਿ ਜਿਹੜੀ ਗਾਂ ਨੂੰ ਤੁਸੀਂ ਇੱਕ ਟਾਈਮ ਦਾ 4 ਕਿਲੋ ਵੰਡਾ ਪਾਉਂਦੇ ਹੋ, ਉਹ ਇੱਕ ਟਾਈਮ ਦਾ ਕਿੰਨਾ ਦੁੱਧ ਦਿੰਦੀ ਹੈ? ਤੇ ਟੋਟਲ ਤੁਸੀਂ ਫਾਰਮ ਦਾ ਦੇ ਰਹੀ ਹੈ ਇਸ ਟਾਈਮ ਸਾਡੇ ਕੋਲ ਗਾਂ ਹੈ ਜਿਹੜੀ, ਉਹ ਇੰਨੇ ਦੇ ਰਹੀ ਹੈ 16 ਕਿਲੋ ਹੋ ਗਿਆ ਟਾਈਮ ਦਾ, ਇੰਨਾ ਕੁ ਦੋਵਾਂ ਟਾਈਮਾਂ ਦਾ ਲਾ ਕੇ। ਇੱਕ ਟਾਈਮ ਦਾ 8 ਕਿਲੋ? 8 ਕਿਲੋ ਟਾਈਮ ਦਾ। ਠੀਕ ਹੈ, ਯਾਨੀ ਕਿ ਇੱਕ ਦਿਨ ਦਾ 16 ਕਿਲੋ। ਮਾਸ਼ਾਅੱਲਾ, ਯਾਨੀ ਕਿ ਇੱਕ ਟਾਈਮ ਦਾ ਤੁਹਾਡਾ 1.5 ਤੋਂ 2 ਮਣ ਦੁੱਧ ਹੁੰਦਾ ਹੈ? ਜਾਂ 2 ਮਣ ਹੋਇਆ, ਕਦੇ 2.5 ਵੀ ਹੋ ਜਾਂਦਾ ਹੈ। ਰੋਜ਼ਾਨਾ ਦਾ ਕਿੰਨਾ ਸੇਲ ਹੋ ਜਾਂਦਾ ਹੈ? ਇੱਕ ਟਾਈਮ ਦਾ ਸਾਡਾ ਹੋ ਜਾਂਦਾ 2-2.5 ਮਹੀਨੇ। ਕੋਈ ਹੁੰਦਾ ਜ਼ਿਆਦਾ ਘਰਾਂ ਵਿੱਚ ਲੱਗੇ ਆ, ਉਹ ਵੀ ਫਿਰ ਵੱਖਰਾ ਖੜਦੇ ਨੇ, ਉਹ ਜੋ ਵੱਖਰਾ ਹੁੰਦੇ। ਠੀਕ ਹੈ। ਅੱਛਾ ਭਾਈ, ਇਹ ਦੱਸੋ ਕਿ ਤੁਹਾਡਾ ਜਿਹੜਾ ਜ਼ਿਲ੍ਹਾ ਗੁਜਰਾਤ ਹੈ, ਮਾਸ਼ਾਅੱਲਾ ਅਸੀਂ ਕਾਫੀ ਵੀਡੀਓਜ਼ ਬਣਾਈਆਂ ਨੇ, ਜ਼ਿਆਦਾਤਰ ਅਸੀਂ ਗੋਟ ਫਾਰਮਿੰਗ ਦੀਆਂ ਬਣਾਈਆਂ ਨੇ। ਇਹ ਜਿਹੜਾ ਗਾਵਾਂ ਦੀਆਂ ਕੁਝ ਚੰਦ ਇੱਕ ਬਣਾਈਆਂ ਨੇ ਤੇ ਉਹ ਵੀ ਬਾਹਰ ਚਰਾਈ ਕਰਾਉਂਦੇ ਨੇ, ਤੁਸੀਂ ਚਰਾਈ ਨਹੀਂ ਕਰਾਉਂਦੇ, ਆਪਣੇ ਫਾਰਮ ਤੇ ਰੱਖਿਆ, ਯਾਨੀ ਕਿ ਇੱਥੇ ਹੀ ਇਹਨਾਂ ਨੂੰ ਵੰਡਾ ਮਿਲ ਜਾਣਾ, ਇੱਥੇ ਹੀ ਚਾਰਾ ਮਿਲ ਜਾਣਾ। ਤੁਹਾਡਾ ਇੱਕ ਜਾਨਵਰ ਤੇ ਕਿੰਨਾ ਖਰਚਾ ਹੁੰਦਾ ਤੇ ਜ਼ਮੀਨ ਆਪਣੀ ਹੈ ਜਾਂ ਕਿ ਚਾਰਾ ਬਾਜ਼ਾਰੋਂ ਲੈਂਦੇ ਹੋ? ਸਾਡੀ ਜ਼ਮੀਨ ਆਪਣੀ ਹੈ, ਕੋਈ ਵਿੱਚ ਠੇਕਿਆਂ ਤੇ ਹੈ ਲਈ, ਬਾਕੀ ਹੁਣ ਸਾਡੀ ਜ਼ਮੀਨ ਜ਼ਿਆਦਾ ਆਪਣੀ ਹੈ ਜੀ, ਤੇ ਅਸੀਂ ਇਹਨਾਂ ਨੂੰ ਬੰਨ ਕੇ ਪਾਣੇ, ਕਿਉਂਕਿ ਸਾਨੂੰ ਜ਼ਿਆਦਾ ਜਿਹੜਾ ਗਾਵਾਂ ਦਾ ਕਾਰੋਬਾਰ ਵੀ ਚੰਗਾ ਵਾ ਉਂਝ, ਬਾਕੀ ਸਾਨੂੰ ਇਹਨਾਂ ਦਾ ਬੜਾ ਜ਼ਿਆਦਾ ਸ਼ੌਂਕ ਵੀ ਹੈ। ਅੱਛਾ, ਤੇ ਉਂਝ ਕਾਰੋਬਾਰ ਵੀ ਹੈ। ਠੀਕ ਹੈ। ਠੀਕ ਹੈ। ਤੇ ਰੋਜ਼ਾਨਾ ਦਾ ਤੁਹਾਨੂੰ ਸਾਰੇ ਮਾਲ ਤੋਂ ਜਾਂ ਇੱਕ ਗਾਂ ਤੋਂ ਕਿੰਨੀ ਬਚਤ ਹੁੰਦੀ ਹੈ? ਰੋਜ਼ਾਨਾ ਦਾ ਤਾਂ ਨਹੀਂ ਹਿਸਾਬ ਕਦੇ ਕੀਤਾ ਹੈ, ਬਾਕੀ ਅਸੀਂ ਮਹੀਨੇ ਬਾਅਦ ਹਿਸਾਬ ਕਰਨੇ ਆ। ਸਾਨੂੰ ਸਾਰੀਆਂ ਗਾਵਾਂ 'ਚੋਂ ਤਕਰੀਬਨ ਸਾਰਾ ਖਰਚਾ ਕੱਢ ਕੇ ਰੁਪਈਆ 1.5 ਲੱਖ ਕੋਈ ਬਚ ਹੀ ਜਾਂਦਾ, ਸਾਰਾ ਖਰਚਾ ਇਹਨਾਂ ਦਾ ਕੱਢ ਕੇ। ਮਾਸ਼ਾਅੱਲਾ, ਸਾਰੇ ਹਰਾਜਾਤ ਕੱਢ ਕੇ? ਠੀਕ ਹੈ। ਤੇ ਜਿਹੜੇ ਇਹਨਾਂ ਦੇ ਛੋਟੇ ਬੱਚੇ ਹੁੰਦੇ ਨੇ, ਉਹਨਾਂ ਦਾ ਕੀ ਕਰਦੇ ਹੋ? ਉਹ ਈਦ ਉੱਤੇ ਸੇਲ ਕਰਦੇ ਹੋ? ਕੀ ਸੂਰਤ-ਹਾਲ ਹੁੰਦੀ ਹੈ? ਅਜੇ ਤੱਕ ਤਾਂ ਕੋਈ ਵੀ ਨਹੀਂ ਸੇਲ ਕੀਤੇ ਹਨ ਭਈਏ, ਥੋੜੇ ਹੌਲੇ ਹੀ ਨੇ, ਅਜੇ ਜ਼ਿਆਦਾ ਕੋਈ ਨਹੀਂ ਸੇਲ ਕੀਤੇ ਹਨ। ਅੱਛਾ, ਕੁਛ ਤੇ ਹੁੰਦੇ ਨੇ ਨਾ ਕਿ ਜਿਹੜੇ ਬੱਚੀਆਂ ਹੁੰਦੀਆਂ ਨੇ ਉਹਨਾਂ ਨੂੰ ਤਿਆਰ ਕਰ ਲੈਂਦੇ ਨੇ ਤੇ ਬੱਚਿਆਂ ਨੂੰ ਸੇਲ ਕਰ ਦਿੰਦੇ ਨੇ, ਤੁਸੀਂ ਕੀ ਪਾਲਿਸੀ ਅਪਣਾਈ ਹੈ? ਅਸੀਂ ਬੱਚਿਆਂ ਨੂੰ ਸੇਲ ਛੋਟੇ ਕਿਉਂ ਨਹੀਂ ਕਰਦੇ ਹਨ, ਵੱਡੇ ਕਰਕੇ ਫਿਰ ਸੇਲ ਕਰੀਏ, ਉਹ ਵੱਖਰੀ ਗੱਲ ਹੈ। ਜਾਂ ਉਂਝ ਛੋਟੇ ਸੇਲ ਕਰ ਦਈਏ ਤਾਂ ਉਹਨਾਂ 'ਚ ਫਾਇਦਾ ਨਹੀਂ ਹੈ ਇਤਨਾ, ਵੱਡੇ ਕਰਕੇ ਉਹਨਾਂ ਤੇ ਮਿਹਨਤ ਕਰਕੇ ਉਹਨਾਂ ਸੇਲ ਕਰੀਏ ਤੇ ਉਸ ਟਾਈਮ ਜ਼ਿਆਦਾ ਫਾਇਦਾ ਹੈ। ਫਿਰ ਇੱਕ ਵੈੜਾ ਉਸ ਟਾਈਮ ਤਕਰੀਬਨ 2-2.5 ਲੱਖ ਦਾ ਵਿਕ ਹੀ ਜਾਂਦਾ ਵੇ, ਉਸ ਟਾਈਮ ਫਿਰ ਜ਼ਿਆਦਾ ਇਹਨਾਂ ਤੋਂ ਮੁਨਾਫਾ ਲੱਭਦੇ ਮਿਲਦਾ। ਮਾਸ਼ਾਅੱਲਾ, ਤੁਸੀਂ ਦੱਸਿਆ ਕਿ ਤਕਰੀਬਨ 22-23 ਗਾਵਾਂ ਤੇ ਇੱਕ ਵੈੜਾ ਹੈ। ਉਹ ਜਿਹੜਾ ਤੁਸੀਂ ਵੈੜਾ ਵੱਡਾ ਰੱਖਿਆ, ਬੱਚਾ ਰੱਖਿਆ, ਇਹ ਗਾਵਾਂ ਵਾਸਤੇ ਰੱਖਿਆ? ਗਾਵਾਂ ਵਾਸਤੇ ਰੱਖੇ। ਟੀਕੇ ਨਹੀਂ ਲਗਵਾਉਂਦੇ, ਇੰਜੈਕਸ਼ਨ? ਨਹੀਂ, ਟੀਕੇ ਨਹੀਂ ਲਗਵਾਉਂਦੇ। ਕ੍ਰਾਸ ਵੈੜੇ ਕੋਲ ਹੀ ਕਰਾਉਂਦੇ ਹੋ? ਵੈੜੇ ਕੋਲ ਹੀ ਕਰਾਏ। ਠੀਕ ਹੈ। ਤੇ ਕਿਹੜੇ ਮੌਸਮ 'ਚ ਤੁਸੀਂ ਕ੍ਰਾਸ ਕਰਾਉਂਦੇ ਹੋ, ਉਹਦਾ ਕੋਈ ਦੱਸੋ ਦੇ? ਅਸੀਂ ਤਕਰੀਬਨ ਜਿਸ ਟਾਈਮ ਗਾਂ ਕੋ ਬੋਲ ਪਵੇ ਉਸ ਟਾਈਮ ਕਰਾ ਸਕਦੇ ਹਾਂ, ਉਸ ਤੋਂ ਬਾਅਦ ਬੰਦੇ ਵੀ ਆਉਂਦੇ ਨੇ ਜ਼ਿਆਦਾ ਗਾਵਾਂ ਲੈ ਕੇ ਵੈੜੇ ਕੋ ਕਰਾਉਣ ਵਾਸਤੇ, ਬਾਕੀ ਅਸੀਂ ਕਦੇ ਨਹੀਂ ਠਾਕਿਆ ਵੈੜੇ ਦੇ ਉਸ ਟਾਈਮ ਛੱਡ ਦਿੱਤੀ। ਠੀਕ ਹੈ। ਮਾਸ਼ਾਅੱਲਾ ਭਾਈ, ਤੁਸੀਂ ਕਾਫੀ ਕੀਮਤੀ ਗੱਲਾਂ ਦੱਸੀਆਂ ਨੇ। ਜਿਹੜੇ ਦੋਸਤ ਇਹ ਵੀਡੀਓ ਦੇਖਦੇ ਨੇ, ਉਹ ਵੀ ਚਾਹੁੰਦੇ ਨੇ ਕਿ ਅਸੀਂ ਗਾਵਾਂ ਜਾਂ ਮੱਝਾਂ ਦਾ ਕਾਰੋਬਾਰ ਸ਼ੁਰੂ ਕਰੀਏ, ਉਹਨਾਂ ਨੂੰ ਕੋਈ ਐਸੀ ਗੱਲ ਦੱਸੋ ਕਿ ਸਦਕਾ ਜਾਰੀਆ ਬਣ ਜੇ ਤੇ ਉਹਨਾਂ ਨੂੰ ਨੁਕਸਾਨ ਨਾ ਹੋਏ, ਫਾਇਦਾ ਹੀ ਫਾਇਦਾ ਹੋਏ। ਜੀ, ਇਹ ਕਾਰੋਬਾਰ ਬਹੁਤ ਅੱਛਾ ਹੈ, ਇਸ ਦੇ ਵਿੱਚ ਕੋਈ ਘਾਟਾ ਵੀ ਨਹੀਂ ਹੈ। ਨੀਅਤ ਸਾਫ਼ ਹੋਵੇ ਬੰਦੇ ਦੀ, ਕਾਰੋਬਾਰ ਕਰੇ ਬੰਦਾ, ਕੋਈ ਇਹਦੇ 'ਚ ਨੁਕਸਾਨ ਨਹੀਂ ਹੈ ਇਸ ਮਾਲ ਵਿੱਚ। ਠੀਕ ਹੈ। ਮਾਸ਼ਾਅੱਲਾ, ਯਾਨੀ ਕਿ ਅੱਛਾ ਕੰਮ ਹੈ। ਤੇ ਕੋਈ ਜਾਨਵਰ ਸੇਲ ਕਰੋ ਤੇ ਕਿ ਨਹੀਂ? ਹੁਣ ਨਹੀਂ, ਜਾਨਵਰ ਅਸੀਂ ਕੋਈ ਸੇਲ ਕਰਦੇ। ਚਾਰੇ ਭਾਈ, ਗਾਵਾਂ ਨੂੰ ਜ਼ਿਆਦਾਤਰ ਕਿਹੜੀ ਕੋਈ ਬਿਮਾਰੀ ਹੁੰਦੀ ਹੈ ਤੇ ਉਹਦਾ ਕੋਈ ਦੇਸੀ ਇਲਾਜ ਜਾਂ ਜਿਹੜਾ ਵੀ ਤੁਸੀਂ ਕੋਈ ਡਾਕਟਰੀ ਇਲਾਜ ਕਰਦੇ ਹੋ? ਗਾਵਾਂ ਨੂੰ ਜ਼ਿਆਦਾ ਅਸੀਂ ਟੂੜੇ ਪਾਈਦੇ ਉਹਨਾਂ ਦੀ ਵਜ੍ਹਾ ਨਾਲ, ਬਾਦੀ ਨਾਲ ਗਾਵਾਂ ਦੇ ਥਣ ਖਰਾਬ ਹੋ ਗਏ ਜਾਂ ਕੋਈ, ਉਹਦੇ ਨਾਲ ਅਸੀਂ ਜ਼ਿਆਦਾ ਇਹਨਾਂ ਨੂੰ ਤਕਰੀਬਨ ਤੀਸਰੇ ਦਿਹਾੜੇ ਗਾਵਾਂ ਨੂੰ ਮਸਾਲਾ ਦੇ ਸਕਦੇ ਹਾਂ। ਗੰਢੇ ਹੋ ਗਏ ਜਾਂ ਮਿਰਚਾਂ ਜੀ, ਸਾਰਾ ਮਸਾਲਾ ਰਲਾ ਕੇ ਤੇ ਉਹ ਅਸੀਂ ਦੇ ਸਕਦੇ ਹਾਂ ਗਾਵਾਂ ਨੂੰ। ਉਸ ਤੋਂ ਬਾਅਦ
ਸਵੇਰੇ ਜਦੋਂ ਪਾਣੀ ਡਾਨੇ ਇਹਨਾਂ ਮੂੰਹ 'ਚ ਲੂਣ ਮਾਰ ਸਕਦੇ ਆ, ਇਹਦੇ ਨਾਲ ਫਿਰ ਇਹ ਗਾਵਾਂ ਬਿਲਕੁਲ ਫਰੈਸ਼ ਰਹਿੰਦੀਆਂ ਨੇ, ਕੋਈ ਇਹਨਾਂ ਨੂੰ ਬਿਮਾਰੀ ਨਹੀਂ ਲੱਗਦੀ। ਅੱਛਾ, ਜੋ ਪਾਣੀ ਡਾਂਦੇ ਉਹ ਜਿਹੜਾ ਲੂਣ ਹੁੰਦਾ ਪਾਣੀ 'ਚ ਸ਼ਾਮਲ ਕਰਦੇ ਹੋ? ਨਹੀਂ, ਇਹਨਾਂ ਦੇ ਬਸ ਪਾਣੀ ਡਾਈ ਆਉਂਦੇ ਨੇ ਤੇ ਨਾਲ ਹੀ ਇਹਨਾਂ ਦੇ ਮੂੰਹ 'ਚ ਲੂਣ ਮਾਰੀ ਆਉਂਦੇ ਨੇ, ਉਹਦੇ ਨਾਲ ਫਿਰ ਠੀਕ ਹੈ, ਜਾਨਵਰ ਸਹੀ ਰਹਿੰਦੇ। ਸਫੇਦ ਨਮਕ ਜਾਂ ਪਹਿਲੇ ਤਾਂ ਸੁਣਿਆ ਸੀ ਕਿ ਜਿਹੜਾ ਵੰਡਿਆ ਉਹਦੀ ਵਜ੍ਹਾ ਤੋਂ ਵੀ ਕੋਈ ਥਣ ਦੇ ਮਸਾਇਲ ਹੁੰਦੇ ਨੇ, ਲੇਕਿਨ ਇਹ ਜਿਹੜਾ ਟੁਕਰੇ ਨੇ ਰੋਟੀ ਦੇ ਇਹਦਾ ਵੀ ਕੋਈ ਹੁੰਦਾ ਹੈ ਕਿ ਇਹ ਬਾਦੀ ਹੁੰਦੇ ਨੇ ਤਾਂ ਵਾਸਤੇ ਇਹਨਾਂ ਦੇ ਗਾਵਾਂ ਦੇ ਥਣਾਂ 'ਚ ਮਸਲਾ ਬਣ ਜਾਂਦਾ ਹੈ। ਅੱਛਾ, ਜਾਂ ਕੋਈ ਥਣ ਖਰਾਬ ਹੋ ਜਾਂਦੇ, ਥਣ ਘਟ ਜਾਂਦੇ ਨੇ ਉਹਦੀ ਵਜ੍ਹਾ ਨਾਲ। ਲੇਕਿਨ ਜੇ ਅਗਰ ਤੁਸੀਂ ਮਸਾਲਾ ਦਿੰਦੇ ਰਹੀਏ ਨਾਲ ਤਾਂ ਫਿਰ ਕੋਈ ਮਸਲਾ ਨਹੀਂ ਹੁੰਦਾ ਹੈ। ਹੋਰ ਵੀ ਕੋਈ ਮਸਲਾ ਹੁੰਦਾ ਥਣਾਂ ਦੇ ਇਲਾਵਾ? ਹੋਰ ਵੀ ਤਕਰੀਬਨ ਗਾਵਾਂ ਜੇ ਬਿਮਾਰ ਹੋ ਜਾਣ ਫਿਰ ਡਾਕਟਰ ਨੂੰ ਬੁਲਾ ਲਈਦਾ ਤੇ ਉਹ ਕਰ ਲੈਂਦੇ। ਜ਼ਿਆਦਾ ਮਸਲਾ ਥਣਾਂ ਦਾ ਹੀ ਹੈ? ਜ਼ਿਆਦਾ ਮਸਲਾ ਫਈ ਹੁੰਦਾ, ਬਾਦੀ ਸ਼ਾਦੀ ਹੋ ਜਾਂਦੀ ਹੈ ਗਾਵਾਂ ਨੂੰ। ਠੀਕ ਹੈ ਜੀ ਪਿਆਰੇ ਭਾਈ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ, ਬੜੀ ਸੋਹਣੀ ਤੇ ਉਮਦਾ ਗੁਫ਼ਤਗੂ ਕੀਤੀ ਹੈ। ਅੱਲਾ ਹਾਫਿਜ਼।